ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਸਾਰਿਆਂ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਿਵੇਂ ਮਿਲੀ ਇਹ ਸਾਖੀ ਸਾਂਝੀ ਕਰਨ ਜਾ ਰਹੀ ਹਾਂ। ਇੱਕ ਪਿਤਾ ਆਪਣੇ ਬੱਚਿਆਂ ਦੇ ਗੁਣਾਂ ਤੇ ਔਗਣਾਂ ਨੂੰ ਭਲੀ ਭਾਂਤੀ ਜਾਣਦਾ ਹੈ। ਉਸ ਪਿਤਾ ਨੂੰ ਪਤਾ ਹੁੰਦਾ ਹੈ ਕਿ ਉਸਦਾ ਕਿਹੜਾ ਪੁੱਤਰ ਕੀ ਕਰ ਸਕਦਾ ਹੈ ਤੇ ਕੀ ਨਹੀਂ ਕਰ ਸਕਦਾ। ਇੱਕ ਸਮਝਦਾਰ ਪਿਤਾ ਬੱਚਿਆਂ ਦੀ ਯੋਗਤਾ ਅਨੁਸਾਰ ਹੀ ਉਹਨਾਂ ਦੇ ਕਿੱਤਿਆਂ ਦੀ ਵੰਡ ਕਰਦਾ ਹੈ। ਇਹ ਤਾਂ ਇੱਕ ਆਮ ਸੰਸਾਰੀ ਪਿਤਾ ਦੀ ਗੱਲ ਹੋ ਗਈ, ਪਰ ਅਕਾਲ ਪੁਰਖ ਸ੍ਰੀ ਗੁਰੂ ਰਾਮਦਾਸ ਜੀ ਤਾਂ ਘੱਟ ਦੀ ਜਾਣਨ ਵਾਲੇ ਸਨ ਅਤੇ ਇਹ ਕਹਿਣ ਵਿੱਚ ਕੋਈ ਵੀ ਅਤਕਥਨੀ ਨਹੀਂ ਹੋਏਗੀ ਕਿ ਉਹ ਤਾਂ ਸੰਸਾਰ ਦੇ ਸਾਰੇ ਮਨੁੱਖਾਂ ਦੇ ਗੁਣਾਂ ਅਤੇ ਔਗਣਾਂ ਅਤੇ ਸੁਭਾਅ ਬਾਰੇ ਜਾਣਦੇ ਹਨ। ਇਸ ਲਈ ਉਹ ਆਪਣੇ ਤਿੰਨਾਂ ਪੁੱਤਰਾਂ ਪ੍ਰਿਥਵੀ ਚੰਦ, ਬਾਬਾ ਮਹਾਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ, ਔਗਣਾਂ ਅਤੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸਨ। ਭਾਵੇਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ, ਪਰ ਸੰਸਾਰ ਨੂੰ ਸਪਸ਼ਟ ਕਰਨ ਲਈ ਕਿ ਤਿੰਨਾਂ ਪੁੱਤਰਾਂ ਵਿੱਚੋਂ ਕੌਣ ਸਭ ਤੋਂ ਜ਼ਿਆਦਾ ਲਿਆਕਤ ਵਾਲਾ ਹੈ, ਗੁਰੂ ਜੀ ਨੇ ਉਹਨਾਂ ਦੀ ਕਈ ਵਾਰ ਪਰਖ ਕੀਤੀ ਤੇ ਹਰ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਹੀ ਇਸ ਕਸਵੱਟੀ 'ਤੇ ਪੂਰੇ ਉਤਰੇ। ਪਰਖ ਲਈ ਲਾਈਆਂ ਗਈਆਂ ਇਹਨਾਂ ਕਸਵੱਟੀਆਂ ਵਿੱਚੋਂ ਇੱਕ ਇਸ ਪ੍ਰਕਾਰ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਹੋਇਆ ਸੀ। ਉਹਨਾਂ ਦੀ ਸਾਰੀ ਬਿਰਾਦਰੀ ਉੱਥੇ ਵਸੀ ਹੋਈ ਸੀ। ਸਿਹਾਰੀ ਮੱਲ ਨਾਂ ਦਾ ਉਹਨਾਂ ਦੇ ਤਾਏ ਦਾ ਇੱਕ ਪੁੱਤਰ ਸੀ। ਉਸ ਦੇ ਪੁੱਤਰ ਦਾ ਵਿਆਹ ਸੀ। ਉਸ ਨੇ ਅੰਮ੍ਰਿਤਸਰ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਇਲਾਹੀ ਗੁਰਤਾ ਗੱਦੀ ਦੀ ਭਾਰੀ ਜ਼ਿੰਮੇਵਾਰੀਆਂ ਹੋਣ ਕਾਰਨ ਨਾ ਜਾ ਸਕਣ ਦੀ ਗੱਲ ਕਹੀ ਤਾਂ ਭਾਈ ਸਿਹਾਰੀ ਮੱਲ ਨੇ ਕਿਹਾ, ਜੇ ਤੁਸੀਂ ਆਪ ਨਹੀਂ ਜਾ ਸਕਦੇ ਤਾਂ ਕਿਸੇ ਆਪਣੇ ਸਾਹਿਬਜ਼ਾਦੇ ਨੂੰ ਘੱਲ ਦਿਓ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥਵੀ ਚੰਦ ਨੂੰ ਬੁਲਾਇਆ ਤੇ ਕਿਹਾ, ਪੁੱਤਰ ਜੀ, ਤੁਹਾਡੇ ਤਾਇਆ ਜੀ ਦਾ ਵਿਆਹ ਹੈ, ਇਹਨਾਂ ਨਾਲ ਜਾ ਕੇ ਵਿਆਹ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ, ਨਾਲੇ ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ ਤਾਂ ਜੋ ਲਾਹੌਰ ਦੀ ਸੰਗਤ ਵਿੱਚ ਗੁਰੂ ਘਰ ਨਾਲ ਪ੍ਰੇਮ ਜਾਗੇ। ਗੁਰੂ ਸਾਹਿਬ ਜੀ ਨੇ ਇਹ ਬਚਨ ਸੁਣ ਕੇ ਪ੍ਰਿਥਵੀ ਚੰਦ ਸੋਚਾਂ ਵਿੱਚ ਪੈ ਗਿਆ, ਕਿਤੇ ਮੇਰੇ ਜਾਣ ਮਗਰੋਂ ਗੁਰੂ ਘਰ ਦਾ ਸਾਰਾ ਪ੍ਰਬੰਧ ਕੋਈ ਹੋਰ ਨਾ ਸਾਂਭ ਲਵੇ ਤੇ ਪਿਤਾ ਗੁਰੂ ਜੀ ਕਿਸੇ ਹੋਰ ਨੂੰ ਗੁਰਤਾ ਗੱਦੀ ਨਾ ਦੇ ਦੇਣ। ਇਹ ਸੋਚ ਕੇ ਗੁਰੂ ਜੀ ਨੇ ਨੂੰ ਉੱਤਰ ਦਿੱਤਾ, ਆਪ ਜੀ ਤਾਂ ਜਾਣਦੇ ਹੋ ਕਿ ਮੈਨੂੰ ਤਾਂ ਦਿਨ ਰਾਤ ਕੰਮਕਾਰ ਤੋਂ ਹੀ ਇੱਕ ਪਲ ਭਰ ਦਾ ਵੀ ਵਿਹਲ ਨਹੀਂ ਮਿਲਦਾ। ਜੇ ਮੈਂ ਚਲਾ ਗਿਆ ਤਾਂ ਇੱਥੋਂ ਸਾਰਾ ਕੰਮਕਾਰ ਰੁਕ ਜਾਏਗਾ। ਇਸ ਲਈ ਆਪ ਜੀ ਕਿਸੇ ਹੋਰ ਨੂੰ ਭੇਜ ਦਿਓ। ਗੁਰੂ ਸਾਹਿਬ ਜੀ ਨੇ ਪ੍ਰਿਥਵੀ ਚੰਦ ਨੂੰ ਆਖਣ ਲੱਗੇ, ਤੁਸੀਂ ਇੱਥੋਂ ਦੀ ਸੇਵਾ ਸੰਭਾਲ ਦਾ ਫਿਕਰ ਨਾ ਕਰੋ। ਗੁਰੂ ਨਾਨਕ ਦੀ ਇਹ ਮਹਾਨ ਸੇਵਾ ਨੂੰ ਨਿਭਾਉਣ ਲਈ ਉਹਨਾਂ ਦੇ ਸਾਜੀ ਸੰਗਤ ਵਿੱਚ ਬਥੇਰੇ ਆ ਖੜੇ ਹੋਣਗੇ। ਪਰ ਪ੍ਰਿਥਵੀ ਚੰਦ ਡਰ ਦਾ ਮਾਰਿਆ ਕਿਸੇ ਵੀ ਹਾਲਤ ਵਿੱਚ ਜਾਣਾ ਨਹੀਂ ਸੀ ਚਾਹੁੰਦਾ। ਇਸ ਲਈ ਅਖੀਰ ਉਹ ਗੁਰੂ ਜੀ ਨੂੰ ਸਪਸ਼ਟ ਨਾ ਵਿੱਚ ਜਵਾਬ ਦਿੰਦਾ ਹੋਇਆ ਬਹਾਨਾ ਬਣਾ ਕੇ ਆਖਣ ਲੱਗਾ, ਪਿਤਾ ਜੀ, ਮੈਂ ਗੁਰੂ ਦਰਬਾਰ ਦੀ ਸੇਵਾ ਦਾ ਕੰਮ ਛੱਡ ਕੇ ਕਿਤੇ ਨਹੀਂ ਜਾਵਾਂਗਾ। ਗੁਰੂ ਸਾਹਿਬ ਜੀ ਨੇ ਇਹ ਸਭ ਪਰਖ ਕਰਨ ਲਈ ਕੀਤਾ ਸੀ। ਪ੍ਰਿਥਵੀ ਚੰਦ ਵੱਲੋਂ ਨਾ ਕਰਨ ਦੇ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਮਹਾਦੇਵ ਜੀ ਨੂੰ ਬੁਲਾਇਆ ਤੇ ਲਾਹੌਰ ਜਾਣ ਲਈ ਕਿਹਾ। ਮਹਾਦੇਵ ਜੀ ਬੜੇ ਮਸਤ ਅਤੇ ਉਦਾਸੀ ਸੁਭਾਅ ਦੇ ਮਾਲਕ ਸਨ। ਸੰਸਾਰਿਕ ਕੰਮਾਂ ਕਾਰਾਂ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਉਸਨੇ ਤਾਂ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਨੂੰ ਜਵਾਬ ਦਿੱਤਾ, ਗੁਰੂ ਪਿਤਾ ਜੀ, ਆਪ ਜੀ ਤਾਂ ਜਾਣਦੇ ਹੋ ਕਿ ਮੈਨੂੰ ਸੰਸਾਰਿਕ ਕੰਮਾਂ ਕਾਰਾਂ ਵਿੱਚ ਕੋਈ ਬਹੁਤੀ ਸਮਝ ਸੂਝ ਨਹੀਂ ਅਤੇ ਵੈਸੇ ਵੀ ਮੈਂ ਇਹਨਾਂ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ, ਕਿਉਂਕਿ ਸੰਸਾਰ ਦੇ ਸਾਰੇ ਕੰਮਕਾਰ ਝੂਠੇ ਅਤੇ ਮਾਇਆ ਰੂਪੀ ਹਨ। ਇਸ ਤਰ੍ਹਾਂ ਮਹਾਦੇਵ ਜੀ ਦਾ ਜਵਾਬ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਨੇ ਆਪਣੇ ਤੀਜੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਤੇ ਕਿਹਾ, ਪੁੱਤਰ ਜੀ, ਤਾਇਆ ਜੀ ਨਾਲ ਲਾਹੌਰ ਜਾ ਕੇ ਵਿਆਹ ਵਿੱਚ ਸ਼ਾਮਲ ਹੋ ਤੇ ਸੰਗਤ ਨੂੰ ਉਪਦੇਸ਼ ਦੇ ਕੇ ਪ੍ਰਭੂ ਨਾਲ ਜੋੜੋ। ਵਿਆਹ ਦਾ ਕੰਮਕਾਰ ਪੂਰਾ ਹੋਣ ਮਗਰੋਂ ਆਪਣੀ ਧਰਮਸ਼ਾਲਾ ਵਿੱਚ ਚਲੇ ਜਾਣਾ। ਉੱਥੇ ਜਾ ਕੇ ਆਪ ਜੀ ਨੇ ਨਾਮ ਬਾਣੀ ਦਾ ਅਭਿਆਸ ਕਰਨਾ ਤੇ ਸੰਗਤਾਂ ਨੂੰ ਵੀ ਕਰਵਾਉਣਾ ਅਤੇ ਗੁਰੂ ਨਾਨਕ ਦੇ ਮਹਾਨ ਉਪਦੇਸ਼ ਦਾ ਪ੍ਰਚਾਰ ਕਰਨਾ। ਜਦੋਂ ਵੀ ਵਾਪਸ
ਆਪ ਜੀ ਨੂੰ ਬੁਲਾਇਆ ਜਾਵੇ, ਉਦੋਂ ਆਪ ਜੀ ਨੇ ਆਉਣਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਦਾ ਹੁਕਮ ਸੁਣ ਕੇ ਵੱਡੇ ਭਾਗ ਸਮਝੇ ਅਤੇ 7 ਬਚਨ ਕਹਿ ਕੇ ਸਿਰ ਨਿਭਾਇਆ। ਲਾਹੌਰ ਪਹੁੰਚ ਕੇ ਵਿਆਹ ਵਿੱਚ ਸ਼ਾਮਲ ਹੋਏ। ਸਾਰੀਆਂ ਜ਼ਿੰਮੇਵਾਰੀਆਂ ਬੜੀ ਖੁਸ਼ੀ ਨਾਲ ਨਿਭਾਈਆਂ। ਵਿਆਹ ਦੀ ਸਮਾਪਤੀ ਮਗਰੋਂ ਗੁਰੂ ਜੀ ਨੇ ਪਿਤਾ ਜੀ ਦੇ ਹੁਕਮ ਅਨੁਸਾਰ ਧਰਮਸ਼ਾਲਾ ਵਿੱਚ ਜਾ ਕੇ ਵਿਰਾਜੇ। ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਤੇ ਕਥਾ ਕੀਰਤਨ ਰਾਹੀਂ ਸੰਗਤਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਅਤੇ ਅਧਿਆਤਮਕ ਕੁੰਡੀਆਂ ਸਮਝਾਉਂਦੇ। ਜਦੋਂ ਲਾਹੌਰ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਾਫੀ ਸਮੇਂ ਤੱਕ ਗੁਰੂ ਜੀ ਨੇ ਅੰਮ੍ਰਿਤਸਰ ਨਾ ਬੁਲਾਇਆ ਤਾਂ ਉਹ ਗੁਰਦਰਸ਼ਨਾਂ ਲਈ ਇੰਨੇ ਬੇਹਬਲ ਹੋ ਗਏ ਕਿ ਉਹਨਾਂ ਨੇ ਇਲਾਹੀ ਰੰਗ ਵਿੱਚ ਵੈਰਾਗ ਭਰੀ ਇੱਕ ਚਿੱਠੀ ਲਿਖ ਕੇ ਪਿਤਾ ਗੁਰੂ ਰਾਮਦਾਸ ਜੀ ਵੱਲ ਭੇਜੀ। ਪ੍ਰਿਥਵੀ ਚੰਦ ਨੂੰ ਇਸ ਚਿੱਠੀ ਦੀ ਸੂਹ ਲੱਗ ਗਈ। ਉਹ ਇਹ ਚਿੱਠੀ ਗੁਰੂ ਜੀ ਕੋਲ ਪਹੁੰਚਣ ਉਸਨੇ ਇਸ ਚਿੱਠੀ ਨੂੰ ਗੁਰੂ ਜੀ ਕੋਲ ਪਹੁੰਚਣ ਨਹੀਂ ਦਿੱਤਾ। ਉਸਨੇ ਚਿੱਠੀ ਲੈ ਕੇ ਆਏ ਸਿੱਖ ਨੂੰ ਕਿਹਾ, ਤੂੰ ਇਹ ਚਿੱਠੀ ਮੈਨੂੰ ਦੇ ਦੇ, ਮੈਂ ਇਹ ਚਿੱਠੀ ਗੁਰੂ ਸਾਹਿਬ ਤੱਕ ਪਹੁੰਚਾ ਦੇਵਾਂਗਾ। ਉਸ ਸਿੱਖ ਨੇ ਪ੍ਰਿਥਵੀ ਦੇ ਭਰੋਸਾ ਕਰਦੇ ਉਸ ਨੂੰ ਚਿੱਠੀ ਦੇ ਦਿੱਤੀ ਤੇ ਲਾਹੌਰ ਵਾਪਸ ਚਲਾ ਗਿਆ। ਆ ਕੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਪ੍ਰਿਥਵੀ ਨੇ ਉਹ ਚਿੱਠੀ ਗੁਰੂ ਜੀ ਨੂੰ ਨਾ ਦਿੱਤੀ। ਜਦੋਂ ਗੁਰੂ ਪਿਤਾ ਜੀ ਦਾ ਕੋਈ ਬੁਲਾਵਾ ਨਾ ਆਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਸਰੀ ਚਿੱਠੀ ਲਿਖ ਕੇ ਫਿਰ ਸਿੱਖ ਦੇ ਹੱਥ ਭੇਜੀ, ਪਰ ਉਹ ਵੀ ਪ੍ਰਿਥਵੀ ਨੇ ਆਪਣੇ ਕਾਬੂ ਕਰ ਲਈ ਅਤੇ ਗੁਰੂ ਜੀ ਤੱਕ ਨਾ ਪਹੁੰਚਣ ਦਿੱਤੀ। ਗੁਰੂ ਪਿਤਾ ਜੀ ਵੱਲੋਂ ਫਿਰ ਕੋਈ ਬੁਲਾਵਾ ਨਾ ਆਉਣ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨ ਵਿੱਚ ਸ਼ੰਕਾ ਪੈਦਾ ਹੋਇਆ। ਜਦੋਂ ਉਹਨਾਂ ਨੇ ਤੀਸਰੀ ਚਿੱਠੀ ਭੇਜੀ, ਸਿੱਖ ਨੂੰ ਕਿਹਾ ਇਹ ਕਿਸੇ ਹੋਰ ਦੇ ਹੱਥ ਨਹੀਂ ਦੇਣੀ, ਸਿੱਧੀ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਣੀ। ਸਿੱਖ ਨੇ ਉਵੇਂ ਹੀ ਕੀਤਾ। ਚਿੱਠੀ ਪ੍ਰਿਥਵੀ ਤੋਂ ਬਚਾ ਕੇ ਗੁਰੂ ਅਰਜਨ ਦੇਵ ਜੀ ਨੂੰ ਅਰਪਣ ਕੀਤੀ। ਗੁਰੂ ਸਾਹਿਬ ਜੀ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਲਿਖਿਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 96 'ਤੇ ਦਰਜ ਹੈ। ਇਹ ਤੀਸਰੀ ਚਿੱਠੀ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭੇਜੇ ਗਏ ਬਿਰਹਾ ਅਤੇ ਬੇਨਤੀ ਰੂਪ ਅਰਦਾਸ ਦਾ ਤੀਸਰਾ ਪਦ ਸੀ। ਗੁਰੂ ਜੀ ਨੇ ਪੁੱਛਿਆ ਕਿ ਪਹਿਲੀ 2 ਚਿੱਠੀਆਂ ਕਿੱਥੇ ਹਨ। ਸਿੱਖ ਨੇ ਦੱਸਿਆ ਕਿ ਉਹ ਪ੍ਰਿਥਵੀ ਚੰਦ ਨੇ ਲੈ ਲਈਆਂ ਸਨ। ਜਦੋਂ ਗੁਰੂ ਜੀ ਨੇ ਪ੍ਰਿਥਵੀ ਚੰਦ ਨੂੰ ਬੁਲਾ ਕੇ ਪੁੱਛਿਆ ਤਾਂ ਉਹ ਮੁੱਕਰ ਗਿਆ। ਗੁਰੂ ਸਾਹਿਬ ਜੀ ਨੇ ਇੱਕ ਸਿੱਖ ਦੁਆਰਾ ਚਿੱਠੀਆਂ ਪ੍ਰਿਥਵੀ ਚੰਦ ਦੇ ਘਰੋਂ ਉਸ ਦੇ ਖਾਸ ਟਰੰਕ ਵਿੱਚੋਂ ਕਢਵਾ ਲਿਆਂਦੀਆਂ। ਗੁਰੂ ਜੀ ਨੇ ਪ੍ਰਿਥਵੀ ਚੰਦ ਨੂੰ ਤਾੜਿਆ ਤਾਂ ਉਹ ਟਾਲ ਮਟੋਲ ਕਰਦਾ ਹੋਇਆ ਆਖਣ ਲੱਗਾ, ਮੈਨੂੰ ਖਿਆਲ ਭੁੱਲ ਗਿਆ ਸੀ ਤੇ ਹੋਰ ਕਈ ਬਹਾਨੇ ਲਾ ਦਿੱਤੇ। ਫਿਰ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਨੂੰ ਤੁਰੰਤ ਅੰਮ੍ਰਿਤਸਰ ਬੁਲਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਵੈਰਾਗ ਤੇ ਸ਼ਰਧਾ ਨਾਲ ਗੁਰੂ ਜੀ ਦੇ ਚਰਨ ਪਰਸੇ ਤੇ ਅੱਖਾਂ ਦੇ ਨੀਰ ਨਾਲ ਉਹਨਾਂ ਦੇ ਚਰਨ ਧੋ ਦਿੱਤੇ। ਗੁਰੂ ਸਾਹਿਬ ਜੀ ਨੇ ਉਠਾ ਕੇ ਗਲੇ ਨਾਲ ਲਾ ਕੇ ਥਾਪੀ ਦਿੱਤੀ ਤੇ ਕਿਹਾ, ਹੁਣ ਚੌਥਾ ਸ਼ਬਦ ਉਚਾਰਨ ਕਰੋ। ਗੁਰੂ ਅਰਜਨ ਦੇਵ ਜੀ ਨੇ ਚੌਥਾ ਪਦ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਹਾਰੇ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਅੰਗ 97 'ਤੇ ਦਰਜ ਹੈ। ਇਹ ਇਲਾਹੀ ਅਵਸਥਾ ਦੇਖ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰਤੱਖ ਰੂਪ ਵਿੱਚ ਦੇਖ ਲਿਆ ਕਿ ਸਭ ਸੰਗਤਾਂ ਦੇ ਸਾਹਮਣੇ ਵੀ ਪ੍ਰਗਟ ਕਰ ਦਿੱਤਾ ਕਿ ਅਰਜਨ ਦੇਵ ਜੀ ਹੀ 5ਵੀਂ ਜੋਤ ਬਣ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰੇ ਕਸ਼ਟ ਉਠਾ ਸਕਦੇ ਹਨ, ਹਰ ਤਰ੍ਹਾਂ ਦਾ ਤਿਆਗ ਕਰ ਸਕਦੇ ਹਨ ਤੇ ਲੋੜ ਪੈਣ 'ਤੇ ਸਰਬੱਤ ਦੇ ਭਲੇ ਲਈ ਆਪਣਾ ਬਲਿਦਾਨ ਵੀ ਦੇ ਸਕਦੇ ਹਨ। ਪਰਖ ਦੀ ਇਸ ਕਸਵੱਟੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ। 5 ਪਰਿਕਰਮਾ ਕਰਕੇ ਤੇ 5 ਪੈਸੇ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਕੋਲੋਂ ਗੁਰਿਆਈ ਦਾ ਤਿਲਕ ਲਗਵਾਇਆ। 5ਵੇਂ ਗੁਰੂ ਦੇ ਰੂਪ ਵਿੱਚ ਸਥਾਪਿਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਵੈਰਾਗ ਵਿੱਚ ਬਹਿਬਲ ਹੋ ਕੇ ਨੀਰ ਵਹਾਉਂਦੇ ਹੱਥ ਜੋੜ ਕੇ ਗੁਰੂ ਪਿਤਾ ਜੀ ਨੂੰ ਕਹਿਣ ਲੱਗੇ, ਹੇ ਮਹਾਰਾਜ ਜੀ, ਮੈਂ ਇਸ ਦੇ ਕਾਬਿਲ ਨਹੀਂ ਸੀ ਜੋ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿਸ਼ਨ ਦੀ ਪੰਡ ਮੇਰੇ ਸਿਰ 'ਤੇ ਰੱਖ ਦਿੱਤੀ। ਹੁਣ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਨਿਭਾਉਣੀ। ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 5ਵੀਂ ਜੋਤ ਬਣ ਚੁੱਕੇ ਹੋ ਤੇ ਆਪਣਾ ਬਲਿਦਾਨ ਦੇ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜੜ੍ਹਾਂ ਪਤਾਲ ਲੋਕ ਵਿੱਚ ਗੱਡ ਦੇਵੋਗੇ। ਫਿਰ ਇਸ ਨੂੰ ਕੋਈ ਵੀ ਖਤਮ ਨਹੀਂ ਕਰ ਸਕੇਗਾ ਅਤੇ ਬਾਅਦ ਵਿੱਚ ਸਿੱਖ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਪੌਦੇ ਨੂੰ ਪੂਰੀ ਤਰ੍ਹਾਂ ਪਾਲਣਗੇ ਤੇ ਇਹ ਪੌਦਾ ਸਾਰੀ ਦੁਨੀਆ ਵਿੱਚ
ਆਤਮ ਰਸ ਦਾ ਫਲ ਦੇਵੇਗਾ। ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਜੀ ਨੂੰ ਹੁਕਮ ਵਿੱਚ ਸਾਰੀ ਸੇਵਾ ਸੰਭਾਲ ਦਿੱਤੀ। ਪਿਤਾ ਜੀ ਗੁਰੂ ਰਾਮਦਾਸ ਜੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇਣ ਬਾਅਦ ਬਾਬਾ ਮਹਾਦੇਵ ਜੀ ਦਾ ਸੁਭਾਅ ਅਨੁਸਾਰ ਉਵੇਂ ਹੀ ਮਸਤ ਰਹੇ। ਪਰ ਪ੍ਰਿਥਵੀ ਚੰਦ ਕ੍ਰੋਧਿਤ ਤੇ ਤਰਲੋ ਮੱਛੀ ਹੋਇਆ। ਆਪਣੀ ਸਾਰੀ ਭੜਾਸ ਕੱਢਦਾ ਹੋਇਆ ਪ੍ਰਿਥਵੀਆ ਗੁਰੂ ਸਾਹਿਬ ਜੀ ਨੂੰ ਆਖਣ ਲੱਗਾ, ਗੁਰਤਾ ਗੱਦੀ ਮੇਰਾ ਹੱਕ ਹੈ। ਤੁਸੀਂ ਮੇਰਾ ਹੱਕ ਮੇਰੇ ਕੋਲੋਂ ਖੋਹ ਲਿਆ ਹੈ, ਪਰ ਮੇਰੇ ਕੋਲ ਪੈਸਾ ਹੈ, ਤਾਕਤ ਹੈ, ਸਰਕਾਰੀ ਦਰਬਾਰੇ ਮੇਰੀ ਪਹੁੰਚ ਹੈ। ਮੈਂ ਇਹਨਾਂ ਸਭਨਾਂ ਦੀ ਸਹਾਇਤਾ ਨਾਲ ਤੁਹਾਨੂੰ ਆਪਣਾ ਹੱਕ ਲੈ ਕੇ ਗੁਰੂ ਬਣ ਕੇ ਦਿਖਾਵਾਂਗਾ। ਪ੍ਰਿਥਵੀ ਨੇ ਇਹ ਵਿਗਿਆਨਾ ਸ਼ਬਦ ਸੁਣ ਕੇ ਗੁਰੂ ਜੀ ਨੂੰ ਉਸ ਨੂੰ ਸਮਝਾਉਂਦਿਆਂ ਹੇਠ ਲਿਖਿਆ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਚੌਥਾ, ਘਰ ਤੀਜਾ, ਦਉਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਪੁੱਤਰ ਆਪਣੇ ਪਿਓ ਨਾਲ ਕਿਉਂ ਝਗੜੀ ਜਾਣਾ। ਜਿਨਕੇ ਜਣੇ ਵਡੇਰੇ ਤੁਮ ਹੋ ਤਿਨ ਸਿਓ ਝਗੜਤ। ਜਿਹਨੇ ਤੁਹਾਨੂੰ ਪਾਲ ਕੇ ਵੱਡਾ ਕੀਤਾ ਹੈ, ਸਾਂਭਿਆ ਹੈ, ਸੰਭਾਲਿਆ ਹੈ, ਉਹਨਾਂ ਨਾਲ ਝਗੜਨਾ ਪਾਪ ਹੈ। ਰਹਾਓ, ਜਿਸ ਧਨ ਕਾ ਤੁਮ ਗਰਦ ਕਰਤ ਹੋ ਧਨ ਕਿਸੇ ਨਾ ਆਪ। ਜਿਹੜੇ ਧਨ ਦਾ ਤੂੰ ਗਰਵ ਕਰੀ ਜਾਣਾ ਹੈ, ਉਹ ਤਾਂ ਕਿਸੇ ਦੇ ਨਾਲ ਵੀ ਨਹੀਂ ਜਾਣਾ। ਖਿੰਨ ਮੈਂ ਛੋੜ ਜਾਏ ਵਿਖਿਆ ਰਸਤਾ ਲਾਗੇ ਪਛਤਾ। ਜੋ ਤੁਮਰੇ ਪ੍ਰਭ ਹੋਤੇ स्वामी हर दिन के जपो जाप। उपदेश करत नानक जन तुमको जो सुनो तो जाए संताप। ਇਹ ਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ। ਗੁਰੂ ਪਾਤਸ਼ਾਹ ਨੂੰ ਗੁਰਿਆਈ ਮਿਲ ਗਈ, ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਮਿਲ ਗਈ ਅਤੇ ਉਹ 5ਵੇਂ ਗੁਰੂ ਬਣ ਗਏ। ਸਾਖੀ ਪੜ੍ਹਦਿਆਂ ਸੁਣਾਉਂਦਿਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਬਖਸ਼ਣਯੋਗ ਹੋ। ਇਸ ਸਾਖੀ ਨੂੰ ਆਪ ਜੀ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ, ਕਮੈਂਟ ਕਰਨਾ, ਲਾਈਕ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।